ਹੈਲੋ एवरीवन। ਸੋ ਅੱਜ ਅਸੀਂ ਕਲਾਸ 8 ਦਾ ਸਾਇੰਸ ਦਾ ਚੈਪਟਰ ਜੋ 18th ਹੈ ਉਹ ਸਟਾਰਟ ਕਰਨ ਜਾ ਰਹੇ ਹਾਂ। ਸੋ ਅੱਜ ਅਸੀਂ ਕੁਝ ਇੰਪੋਰਟੈਂਟ MCQs ਦੇਖਾਂਗੇ ਚੈਪਟਰ 18 ਤੇ, ਜੋ ਕਿ ਤੁਹਾਡੇ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਕਾਫੀ ਜ਼ਿਆਦਾ ਇੰਪੋਰਟੈਂਟ ਨੇ। ਸੋ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਪਹਿਲੇ ਕੁਐਸਚਨ ਵੱਲ ਵਧਦੇ ਹਾਂ। ਸੋ ਪਹਿਲਾ ਕੁਐਸਚਨ ਸਾਡੇ ਕੋਲ ਹੈ, ਵਿਚ ਗੈਸ ਇਜ਼ ਦਾ ਮੇਜਰ ਪੋਲੂਟੈਂਟ ਆਫ ਏਅਰ। ਕਹਿੰਦੇ ਇਹਨਾਂ ਵਿੱਚੋਂ ਕਿਹੜੀ ਗੈਸ ਹੈ ਜਿਹੜੀ ਬਹੁਤ ਜ਼ਿਆਦਾ ਹਾਨੀ ਪਹੁੰਚਾਉਂਦੀ ਆ ਏਅਰ ਨੂੰ, ਮਤਲਬ ਉਹਨੂੰ ਪ੍ਰਦੂਸ਼ਿਤ ਕਰਦੀ ਆ। ਸੋ ਇਹਦੇ ਵਿੱਚ ਸਾਡੇ ਕੋਲ ਕਾਰਬਨ ਮੋਨੋਆਕਸਾਈਡ ਹੈ, ਨਾਈਟ੍ਰੋਜਨ ਹੈ, ਆਕਸੀਜਨ ਅਤੇ ਪ੍ਰੋਪੇਨ ਹੈ। ਇਹਦੇ ਵਿੱਚ ਸਾਡੇ ਕੋਲ ਜੋ ਆਪਸ਼ਨ ਏ ਹੈ ਉਹ ਕਰੈਕਟ ਹੋਏਗਾ। ਕਾਰਬਨ ਮੋਨੋਆਕਸਾਈਡ ਹੈ ਜਿਹੜੀ ਉਹ ਏਅਰ ਨੂੰ ਕਾਫੀ ਜ਼ਿਆਦਾ ਪੋਲਿਊਟ ਕਰਦੀ ਹੈ। ਸੋ ਆਪਸ਼ਨ ਏ ਇਜ਼ ਕਰੈਕਟ। ਸੋ ਨੈਕਸਟ ਕੁਐਸਚਨ ਇਜ਼, ਦ ਇਨਕਰੀਜ਼ ਇਨ ਕੰਸਨਟ੍ਰੇਸ਼ਨ ਆਫ ਵਿਚ ਗੈਸ ਇਜ਼ ਨਾਟ ਰਿਸਪੋਂਸੀਬਲ ਫॉर ਗਲੋਬਲ ਵਾਰਮਿੰਗ। ਸੋ ਕਾਰਬਨ ਡਾਈਆਕਸਾਈਡ, ਨਾਈਟ੍ਰੋਜਨ ਅਤੇ ਸਲਫਰ ਡਾਈਆਕਸਾਈਡ ਦੇ ਅਤੇ ਮੀਥੇਨ, ਚਾਰ ਆਪਸ਼ਨਸ ਨੇ ਸਾਡੇ ਕੋਲ। ਅਤੇ ਜੋ ਕਾਰਬਨ ਡਾਈਆਕਸਾਈਡ ਹੈ ਉਹ ਸਭ ਤੋਂ ਮੇਜਰ ਕੋਜ਼ ਹੈ ਜਿਹਦੇ ਕਰਕੇ ਗਲੋਬਲ ਵਾਰਮਿੰਗ ਹੁੰਦੀ ਆ। ਅਤੇ ਸਲਫਰ ਡਾਈਆਕਸਾਈਡ ਅਤੇ ਮੀਥੇਨ ਗੈਸਾਂ ਵੀ ਕਿਤੇ ਨਾ ਕਿਤੇ ਯੋਗਦਾਨ ਹੁੰਦਾ ਹੈ ਗਲੋਬਲ ਵਾਰਮਿੰਗ। ਪਰ ਨਾਈਟ੍ਰੋਜਨ ਦੀ ਮਾਤਰਾ 70% ਦੇ ਲਾਗੇ ਚਾਗ ਜੋ ਏਅਰ ਦੇ ਵਿੱਚ ਨਾਈਟ੍ਰੋਜਨ ਦੀ ਮਾਤਰਾ ਹੁੰਦੀ ਹੈ। ਸੋ ਨਾਈਟ੍ਰੋਜਨ ਕਰਕੇ ਗਲੋਬਲ ਵਾਰਮਿੰਗ ਨਹੀਂ ਹੁੰਦੀ ਹੈ। ਹੇਅਰ ਆਪਸ਼ਨ ਬੀ ਇਜ਼ ਕਰੈਕਟ, ਵਿਚ ਮੀਨਸ ਨਾਈਟ੍ਰੋਜਨ ਇਜ਼ ਨਾਟ ਰਿਸਪੋਂਸੀਬਲ ਫॉर ਗਲੋਬਲ ਵਾਰਮਿੰਗ। ਸੋ ਨੈਕਸਟ ਕੁਐਸਚਨ ਇਜ਼, ਇਨ ਵਿਚ ਈਅਰ ਗੰਗਾ ਐਕਸ਼ਨ ਪਲੇਨ ਵਾਜ਼ ਲੌਂਚਡ। ਕਹਿੰਦੇ ਕਿਹੜੇ ਇਹਦੇ ਵਿੱਚ ਅਸੀਂ ਈਅਰ ਨੂੰ ਦੱਸਣਾ ਆ ਵੀ ਕਿਹੜੇ ਸਾਲ ਜਿਹੜਾ ਗੰਗਾ ਐਕਸ਼ਨ ਪਲਾਨ ਸੀਗਾ ਲਾਂਚ ਕੀਤਾ ਗਿਆ ਸੀ। ਸੋ ਇਹਦੇ ਵਿੱਚ ਜੋ ਆਪਸ਼ਨ ਡੀ ਹੈ ਯਾਨੀ ਕਿ 1985 ਉਹ ਸਹੀ ਹੋਏਗਾ। ਆਪਸ਼ਨ ਡੀ ਇਜ਼ ਕਰੈਕਟ ਵਿਚ ਇਜ਼ 1985। ਸੋ what radiation are absorbed by CO2। ਕਹਿੰਦੇ ਕਿਹੜੀ ਰੇਡੀਏਸ਼ਨਸ ਹੈ ਜਿਨ੍ਹਾਂ ਨੂੰ CO2 ਅਬਜ਼ਰਵ ਕਰਦੀ ਹੈ, ਯਾਨੀ ਕਿ ਉਹ ਆਪਣੇ ਵਿੱਚ ਸਮਾ ਲੈਂਦੀ ਹੈ। ਕਿਹੜੀਆਂ ਰੇਡੀਏਸ਼ਨਸ ਨੇ ਉਹ? ਸੋ ਪਹਿਲੀ ਸਾਡੇ ਕੋਲ ਅਲਟਰਾ ਰੈਡ ਰੇਡੀਏਸ਼ਨ, ਇਨਫਰਾ ਰੈਡ ਅਤੇ ਅਲਟਰਾ ਵਾਇਲਟ ਰੇਡੀਏਸ਼ਨਸ। ਜੋ CO2 ਜਿਨ੍ਹਾਂ ਨੂੰ ਜਿਹੜੀਆਂ ਰੇਡੀਏਸ਼ਨ ਨੂੰ ਅਬਜ਼ਰਵ ਕਰਦੀ ਹੈ ਉਹ ਸਾਡੇ ਕੋਲ ਹੈ ਇਨਫਰਾ ਰੈਡ ਰੇਡੀਏਸ਼ਨ, ਯਾਨੀ ਕਿ ਜੋ ਆਪਸ਼ਨ ਸਾਡੇ ਕੋਲ ਬੀ ਹੈ ਉਹ ਸਹੀ ਹੋਏਗਾ, ਇਨਫਰਾ ਰੈਡ ਰੇਡੀਏਸ਼ਨਸ। ਸੋ ਨੈਕਸਟ ਕੁਐਸਚਨ ਇਜ਼, ਵਿਚ ਐਲੀਮੈਂਟ ਇਜ਼ ਪ੍ਰੈਜ਼ੈਂਟ ਇਨ ਦਾ ਐਗਜ਼ੌਸਟ ਆਫ ਆਟੋਮੋਬਾਈਲਸ। ਕਹਿੰਦੇ ਕਿਹੜਾ ਐਲੀਮੈਂਟ ਹੈ, ਜਿਹੜੇ ਆਪਸ਼ਨ ਸਾਨੂੰ ਦਿੱਤੇ ਹੋਏ ਨੇ, ਪ੍ਰੈਜ਼ੈਂਟ ਹੁੰਦਾ ਆ ਐਗਜ਼ੌਸਟ ਆਫ ਆਟੋਮੋਬਾਈਲਸ ਦੇ ਵਿੱਚ। ਸੋ ਇਹਦੇ ਵਿੱਚ ਜਿਹੜਾ ਆਪਸ਼ਨ ਏ ਹੈ ਲੈਡ, ਕੈਲਸ਼ੀਅਮ, ਕ੍ਰੋਮੀਅਮ, ਮੈਗਨੀਸ਼ੀਅਮ। ਸੋ ਆਪਸ਼ਨ ਏ ਇਜ਼ ਕਰੈਕਟ ਵਿਚ ਇਜ਼ ਲੈਡ। ਆਟੋਮੋਬਾਈਲਸ ਦੇ ਜੋ ਐਗਜ਼ੌਸਟ ਦੇ ਵਿੱਚ ਪ੍ਰੈਜ਼ੈਂਟ ਹੁੰਦਾ ਐਲੀਮੈਂਟ ਉਹ ਹੈ ਲੈਡ, ਆਪਸ਼ਨ ਏ। ਦਾ ਫਿਨੋਮੀਨਾ ਆਫ ਮਾਰਬਲ ਕੈਂਸਰ ਇਜ਼ ਡਿਊ ਟੂ। ਕਹਿੰਦੇ ਜੋ ਮਾਰਬਲ ਕੈਂਸਰ ਹੈ ਉਹ ਕਾਹਦੇ ਕਾਰਨ ਹੁੰਦਾ ਆ? ਜਿਵੇਂ ਕਿ ਅਸੀਂ ਐਸਿਡ ਰੇਨ ਜਾਣਦੇ ਹਾਂ, ਐਸਿਡ ਰੇਨ ਜੋ ਵਾਈਟ ਮਾਰਬਲ ਹੈ ਤਾਜ ਮਹਿਲ ਦਾ, ਇਹ ਕੁਐਸਚਨ ਵੀ ਅੱਗੇ ਜ਼ਰੂਰ ਆਏਗਾ ਵੀ ਵਾਈਟ ਮਾਰਬਲ ਹੈ ਜੋ ਕਾਹਦੇ ਕਾਰਨ ਖਰਾਬ ਹੁੰਦਾ ਹੈ? ਐਸਿਡ ਰੇਨ ਕਰਕੇ। ਅਤੇ ਐਸਿਡ ਰੇਨ ਹੀ ਇੱਥੇ ਆਪਸ਼ਨ ਸਾਡੇ ਕੋਲ ਕਰੈਕਟ ਹੋਏਗਾ। ਮਾਰਬਲ ਕੈਂਸਰ ਕਾਹਦੇ ਕਰਕੇ ਹੁੰਦਾ ਆ? ਐਸਿਡ ਰੇਨ ਕਰਕੇ। ਆਪਸ਼ਨ ਡੀ ਇਜ਼ ਕਰੈਕਟ। ਨੈਕਸਟ ਕੁਐਸਚਨ ਇਜ਼, ਦਾ ਸੋਲਿਡ ਔਰ ਲਿਕੁਇਡ ਪਾਰਟੀਕਲ ਡਿਸਪਰਸਡ ਇਨ ਦਾ ਏਅਰ ਆਰ ਕਾਲਡ। ਕਹਿੰਦੇ ਜਾਂ ਸੋਲਿਡ ਜਾਂ ਲਿਕੁਇਡ ਜਿਹੜੇ ਪਾਰਟੀਕਲ ਡਿਸਪਰਸ ਕਰਦੇ ਨੇ ਏਅਰ ਦੇ ਵਿੱਚ ਉਹਨਾਂ ਨੂੰ ਅਸੀਂ ਕੀ ਕਹਿੰਦੇ ਹਾਂ? ਸੋ ਉਹਨੂੰ ਅਸੀਂ ਕਹਿੰਦੇ ਹਾਂ ਆਪਸ਼ਨ ਡੀ ਐਰੋਸੋਲਸ। ਏਅਰ ਤੋਂ ਯਾਦ ਰੱਖ ਲੈਣਾ ਐਰੋ, ਠੀਕ ਹੈ। ਜਿੱਥੇ ਵੀ ਤੁਹਾਨੂੰ ਏਅਰ ਦਾ ਜ਼ਿਕਰ ਹੋਵੇ ਵੀ ਸੋਲਿਡ ਅਤੇ ਲਿਕੁਇਡ ਪਾਰਟੀਕਲ ਜਿਹੜੇ ਏਅਰ ਵਿੱਚ ਡਿਸਪਰਸ ਹੁੰਦੇ ਨੇ ਉਹਨੂੰ ਅਸੀਂ ਕਹਿੰਦੇ ਹਾਂ ਐਰੋਸੋਲਸ, ਆਪਸ਼ਨ ਡੀ। ਦਾ ਟਾਈਪ ਆਫ ਪੋਲੂਸ਼ਨ ਵਿਚ ਇਜ਼ ਲਾਈਕਲੀ ਟੂ ਅਫੈਕਟ ਦਾ ਤਾਜ ਮਹਿਲ ਇਨ ਆਗਰਾ ਟੂ ਗ੍ਰੇਟਰ ਐਕਸਟੈਂਟ। ਕਹਿੰਦੇ ਜੋ ਤਾਜ ਮਹਿਲ ਹੈ ਆਗਰਾ ਦੇ ਵਿੱਚ ਉਹਨੂੰ ਕਿਹੜਾ ਪੋਲੂਸ਼ਨ ਆ ਜਿਹੜਾ ਮਤਲਬ ਅਫੈਕਟ ਕਰ ਰਿਹਾ, ਯਾਨੀ ਕਿ ਉਹਨੂੰ ਅਫੈਕਟ ਕਰ ਰਿਹਾ, ਕੁਝ ਉਹਦਾ ਪੋਲੂਟ ਕਰ ਰਿਹਾ, ਉਹਦਾ ਕੋਈ ਨਾ ਕੁਝ ਵਿਗਾੜ ਰਿਹਾ, ਜਿਹਦੇ ਕਰਕੇ ਤਾਜ ਮਹਿਲ 'ਤੇ ਕੁਝ ਬੁਰਾ ਪ੍ਰਭਾਵ ਕਿਹੜੇ ਪੋਲੂਸ਼ਨ ਦਾ ਪੈ ਰਿਹਾ? ਸੋ ਆਪਸ਼ਨ ਏ ਇਜ਼ ਕਰੈਕਟ ਵਿਚ ਇਜ਼ ਏਅਰ ਪੋਲੂਸ਼ਨ। ਏਅਰ ਪੋਲੂਸ਼ਨ ਦੇ ਕਾਰਨ ਹੀ ਜਿਹੜਾ ਤਾਜ ਮਹਿਲ ਹੈ ਉਹਨੂੰ ਕਾਫੀ ਇਫੈਕਟ ਹੋ ਰਿਹਾ ਹੈ। ਸੋ ਨੈਕਸਟ ਕੁਐਸਚਨ ਇਜ਼, ਦਾ ਮੇਜਰ ਕੋਜ਼ ਆਫ ਏਅਰ ਪੋਲੂਸ਼ਨ ਇਨਕਲੂਡ। ਕਹਿੰਦੇ ਮੇਨ ਕਾਰਨ ਕੀ ਆ ਏਅਰ ਪੋਲੂਸ਼ਨ ਦਾ? ਆਪਸ਼ਨ ਸਾਡੇ ਕੋਲ ਨੇ ਬਰਨਿੰਗ ਆਫ ਕੋਲ ਐਂਡ ਪੈਟਰੋਲੀਅਮ, ਏਫੋਰੈਸਟੇਸ਼ਨ, ਡੀਫੋਰੈਸਟੇਸ਼ਨ, ਰੀਸਾਈਕਲਿੰਗ ਆਫ ਪੇਪਰ।
ਸੋ ਹੇਅਰ ਜੇ ਅਸੀਂ ਦੇਖੀਏ ਡੀਫੋਰੈਸਟੇਸ਼ਨ ਵੀ ਕਿਤੇ ਨਾ ਕਿਤੇ ਯੋਗਦਾਨ ਹੈ। ਡੀਫੋਰੈਸਟੇਸ਼ਨ ਦਾ ਮਤਲਬ ਜੰਗਲਾਂ ਦੀ ਕਟਾਈ, ਪਰ ਇਹਦੇ ਵਿੱਚ ਜੇ ਅਸੀਂ ਦੇਖੀਏ ਮੇਨ ਕੋਜ਼ ਅਸੀਂ ਵੇਖਣਾ, ਮੇਨ ਕੋਜ਼ ਜਿਹੜਾ ਆ ਕੋਲੇ ਦਾ ਬਰਨ ਹੋਣਾ ਤੇ ਪੈਟਰੋਲੀਅਮ ਦੇ ਬਰਨ ਹੋਣ ਕਾਰਨ ਜ਼ਿਆਦਾ ਮਤਲਬ ਪੋਲੂਸ਼ਨ ਹੁੰਦਾ ਆ ਏਅਰ ਦਾ। ਸੋ ਹੇਅਰ ਆਪਸ਼ਨ A ਇਜ਼ ਕਰੈਕਟ। ਨੈਕਸਟ ਕੁਐਸਚਨ ਅਸੀਂ ਵਧਦੇ ਹਾਂ। ਭੋਪਾਲ ਟ੍ਰੈਜਡੀ ਵਾਸ ਕੋਜ਼ ਡਿਊ ਟੂ, ਕਹਿੰਦੇ ਜਿਹੜੀ ਭੋਪਾਲ ਟ੍ਰੈਜਡੀ ਹੋਈ ਆ ਕਿਹੜੇ ਕਾਰਨ ਕਰਕੇ ਹੋਈ ਆ। ਸੋ air pollution, emission of poisonous gas. So here option D is correct। ਜਿਹੜੀ ਭੋਪਾਲ ਟ੍ਰੈਜਡੀ ਹੋਈ ਸੀ ਜਿਹਦੇ ਵਿੱਚ ਪੋਇਜ਼ਨਸ ਜਿਹੜੀ ਜ਼ਹਿਰੀਲੀ ਗੈਸ ਸੀ ਉਹ ਲੀਕ ਹੋ ਗਈ ਸੀ, ਜਿਹਦੇ ਕਰਕੇ ਕਾਫੀ ਸਾਰੇ ਲੋਕ ਹੀ ਜਿਹੜੇ ਜਿਨ੍ਹਾਂ ਨੂੰ ਆਪਣੀ ਜਾਨ ਤੋਂ ਹੱਥ ਗਵਾਉਣੇ ਪਏ। ਸੋ ਹੇਅਰ ਆਪਸ਼ਨ D is correct which is leakage of poisonous gas। ਸੋ ਨੈਕਸਟ ਕੁਐਸਚਨ ਸਾਡੇ ਕੋਲ ਹੈ which of the following contents is most harmful to aquatic animal। aquatic animal ਹੁੰਦੇ ਨੇ ਜਿਹੜੇ ਐਨੀਮਲ ਪਾਣੀ ਦੇ ਵਿੱਚ ਰਹਿੰਦੇ ਨੇ। ਕਹਿੰਦੇ ਕਿਹੜਾ ਕੰਟੈਂਟ ਹੈ ਹੇਠ ਲਿਖੇ ਆਪਸ਼ਨਸ ਦੇ ਵਿੱਚੋਂ ਜਿਹੜਾ ਸਭ ਤੋਂ ਵੱਧ ਹਾਰਮ ਪਹੁੰਚਾਉਂਦਾ ਹੈ, ਹਾਨੀ ਪਹੁੰਚਾਉਂਦਾ ਆ ਜਿਹੜੇ ਜੀਵ ਪਾਣੀ ਦੇ ਵਿੱਚ ਰਹਿੰਦੇ ਨੇ। ਹੈਵੀ ਮੈਟਲ ਆਇਨਸ, ਸੋਡੀਅਮ ਆਇਨਸ, ਪੋਟਾਸ਼ੀਅਮ ਆਇਨਸ ਜਾਂ ਕਲੋਰਾਈਡ ਆਇਨਸ। ਜਿਹੜੇ ਹੈਵੀ ਮੈਟਲ ਆਇਨਸ ਹੁੰਦੇ ਨੇ ਉਹਦੇ ਕਾਰਨ ਜਿਹੜੇ ਐਕੁਆਟਿਕ ਐਨੀਮਲਸ ਨੇ ਉਹਨਾਂ ਨੂੰ ਕਾਫੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸੋ ਆਪਸ਼ਨ A ਇਜ਼ ਕਰੈਕਟ ਹੇਅਰ। Next question is water containing high salt concentration can be purified by। ਕਹਿੰਦੇ ਜਿਹੜਾ ਵਾਟਰ ਹੁੰਦਾ ਆ ਉਹਦੇ ਵਿੱਚ ਜਦੋਂ ਸਾਲਟ ਦੀ ਕੰਸਨਟ੍ਰੇਸ਼ਨ ਹੁੰਦੀ ਆ, ਮਾਤਰਾ ਹੁੰਦੀ ਆ, ਜਦੋਂ ਉਹ ਜ਼ਿਆਦਾ ਵੱਧ ਜਾਂਦੀ ਆ ਤੇ ਉਹਨੂੰ ਕਿਵੇਂ ਅਸੀਂ ਪਿਊਰੀਫਾਈ ਕਰ ਸਕਦੇ ਆ? ਬੋਇਲਿੰਗ ਕਰਕੇ, UV ਰੇਡੀਏਸ਼ਨਸ ਕਰਕੇ, ਫਿਲਟਰੇਸ਼ਨ ਕਰਕੇ ਜਾਂ ਰਿਵਰਸ ਓਸਮੋਸਿਸ ਕਰਕੇ। ਸੋ ਇਹਦੇ ਵਿੱਚ ਜੋ ਰਿਵਰਸ ਓਸਮੋਸਿਸ ਹੈ ਉਹਦੇ ਨਾਲ ਅਸੀਂ ਮਤਲਬ ਜੋ ਸਾਲਟ ਕੰਸਨਟ੍ਰੇਸ਼ਨ ਹੁੰਦੀ ਆ ਉਨ ਵਾਟਰ ਦੀ ਉਹਨੂੰ ਅਸੀਂ ਕੀ ਕਰ ਸਕਦੇ ਹਾਂ? ਪਿਊਰੀਫਾਈ ਕਰ ਸਕਦੇ ਹਾਂ, ਰਿਵਰਸ ਓਸਮੋਸਿਸ। ਆਪਸ਼ਨ D। ਸੋ ਨੈਕਸਟ ਕੁਐਸਚਨ ਇਜ਼ ਵਿਚ ਆਫ ਦੀ ਫੋਲੋਇੰਗ ਇਜ਼ ਅ ਨੋਨ ਬਾਇਓਡੀਗ੍ਰੇਡੇਬਲ ਪੋਲੂਟੈਂਟ। ਕਹਿੰਦੇ ਲਿਖੇ ਆਪਸ਼ਨਸ ਦੇ ਵਿੱਚੋਂ ਕਿਹੜਾ ਜਿਹੜਾ ਹੈ ਨੋਨ ਬਾਇਓਡੀਗ੍ਰੇਡੇਬਲ ਪੋਲੂਟੈਂਟ ਹੈ। ਸੋ ਇਹਦੇ ਵਿੱਚ ਜਿਹੜਾ ਆਪਸ਼ਨ ਸਾਡੇ ਕੋਲ ਕਰੈਕਟ ਹੋਏਗਾ ਮੈਂ ਉਹੀ ਤੁਹਾਨੂੰ ਦੱਸਾਂਗਾ। ਜਿਹੜਾ ਆਪਸ਼ਨ B ਹੈ ਵਿਚ ਇਜ਼ DDT। ਇਹ ਜਿਹੜਾ ਸਾਡਾ ਹੈ ਨੋਨ ਬਾਇਓਡੀਗ੍ਰੇਡੇਬਲ ਪੋਲੂਟੈਂਟ ਹੈ ਜਿਹੜਾ ਕਿ ਬਹੁਤ ਜ਼ਿਆਦਾ ਹਾਨੀਕਾਰਕ ਹੈ, ਜਿਹਦੇ ਕਰਕੇ ਬਹੁਤ ਜ਼ਿਆਦਾ ਪ੍ਰਦੂਸ਼ਣ ਜੋ ਪੋਲੂਸ਼ਨ ਹੁੰਦਾ ਆ। ਸੋ ਹੇਅਰ ਆਪਸ਼ਨ B ਇਜ਼ ਕਰੈਕਟ ਵਿਚ ਇਜ਼ DDT। ਨੈਕਸਟ ਕੁਐਸਚਨ ਇਜ਼ ਵਿਚ ਆਫ ਦੀ ਫੋਲੋਇੰਗ ਇਜ਼ ਅ ਮੇਜਰ ਸੋਰਸ ਆਫ ਵਾਟਰ ਪੋਲੂਸ਼ਨ। ਕਹਿੰਦੇ ਜੋ ਵਾਟਰ ਪੋਲੂਸ਼ਨ ਦਾ ਮੇਜਰ ਸੋਰਸ ਹੈ ਉਹ ਕਿਹੜਾ ਆ? ਵਾਟਰ ਪੋਲੂਸ਼ਨ, ਇੰਡਸਟਰੀਅਲ ਵੇਸਟੇਜ, ਅਨਟ੍ਰੀਟਡ ਸੀਵੇਜ, ਯੂਜ਼ ਆਫ ਫਰਟੀਲਾਈਜ਼ਰ, ਟੌਕਸਿਕ ਮੈਟਲ। ਸੋ ਸਾਰਿਆਂ ਕਾਰਨ ਕਰਕੇ ਵਾਟਰ ਪੋਲੂਸ਼ਨ ਹੁੰਦਾ, ਪਰ ਅਸੀਂ ਦੇਖਣਾ ਆ ਸਭ ਤੋਂ ਵੱਧ ਜਿਹੜਾ ਕੀ ਕਾਰਨ ਹੈ। ਸੋ ਇਹਦੇ ਵਿੱਚ ਜੋ ਅਨਟ੍ਰੀਟਡ ਸੀਵੇਜ ਹੈ ਨਾ, ਮਤਲਬ ਜਿਹਦੇ ਕੋਈ ਸੀਵੇਜ ਜਿਹੜਾ ਪਾਣੀ ਅਸੀਂ ਘਰਾਂ 'ਚੋਂ ਜਾਂ ਕਿਤੋਂ ਵੀ ਨਿਕਲਦਾ ਆ ਉਹਨੂੰ ਅਸੀਂ ਵਧੀਆ ਟਰੀਟ ਨਹੀਂ ਕਰਦੇ, ਯਾਨੀ ਕਿ ਕਿਤੋਂ ਵੀ ਪਾਣੀ ਨਿਕਲ ਰਿਹਾ ਹੁੰਦਾ ਆ ਜਾ ਕੇ ਉਹ ਦਰਿਆਵਾਂ ਨਹਿਰਾਂ ਵਿੱਚ ਜਾਂਦਾ, ਜਿਹਦੇ ਕਾਰਨ ਬਹੁਤ ਜ਼ਿਆਦਾ ਪਾਣੀ ਦਾ ਪ੍ਰਦੂਸ਼ਣ ਹੁੰਦਾ ਹੈ। ਆਪਸ਼ਨ B ਵਿਚ ਇਜ਼ ਅਨਟ੍ਰੀਟਡ ਸੀਵੇਜ। ਨੈਕਸਟ ਕੁਐਸਚਨ ਇਜ਼ ਵਿਚ ਆਫ ਦੀ ਫੋਲੋਇੰਗ ਟੈਕਨੀਕਸ ਆਫ ਇਰੀਗੇਸ਼ਨ ਸ਼ੁੱਡ ਬੀ ਯੂਜ਼ ਟੂ ਸੇਵ ਵਾਟਰ। ਕਹਿੰਦੇ ਕਿਹੜੀ ਇਰੀਗੇਸ਼ਨ ਵਧੀਆ ਯੂਜ਼ ਕਰਨੀ ਚਾਹੀਦੀ ਆ ਜਿਹਦੇ ਕਾਰਨ ਜਿਹੜਾ ਪਾਣੀ ਬਚਾਇਆ ਜਾ ਸਕੇ? ਡ੍ਰਿਪ ਇਰੀਗੇਸ਼ਨ, ਲਿਫਟ ਇਰੀਗੇਸ਼ਨ। ਸੋ ਅਸੀਂ ਇਹ ਜਿਵੇਂ ਕਿ ਫਸਟ ਚੈਪਟਰ ਵਿੱਚ ਪੜ੍ਹਿਆ ਸੀ ਇਰੀਗੇਸ਼ਨ ਨਾਲ ਰਿਲੇਟਡ। ਜੋ ਡ੍ਰਿਪ ਇਰੀਗੇਸ਼ਨ ਹੈ ਬੂੰਦ ਬੂੰਦ ਪਾਣੀ ਜੋ ਪਲਾਂਟ ਦੀ ਜੜ੍ਹ ਦੇ ਵਿੱਚ ਪਾਈ ਜਾਂਦੀ ਆ। ਸੋ ਡ੍ਰਿਪ ਇਰੀਗੇਸ਼ਨ ਇਜ਼ ਕਰੈਕਟ ਵਿਚ ਇਜ਼ C, ਆਪਸ਼ਨ C। ਸੋ ਇਹਦੇ ਨਾਲ ਪਾਣੀ ਨੂੰ ਅਸੀਂ ਸੇਵ ਕਰ ਸਕਦੇ ਹਾਂ। ਨੈਕਸਟ ਕੁਐਸਚਨ ਇਜ਼ ਕਾਰਬਨ ਮੋਨੋਆਕਸਾਈਡ ਇਨ ਵਹੀਕਲ ਐਗਜ਼ੌਸਟ ਕੋਜ਼ਿਸ। ਕਹਿੰਦੇ ਜਿਹੜੀ ਕਾਰਬਨ ਮੋਨੋਆਕਸਾਈਡ ਹੁੰਦੀ ਆ ਵਹੀਕਲਸ ਦੇ ਵਿੱਚ ਉਹਦੇ ਕਾਰਨ ਕੀ ਹੁੰਦਾ ਆ? ਇਨਕਰੀਜ਼ ਆਕਸੀਜਨ ਕੈਰਿੰਗ ਕਪੈਸਿਟੀ ਆਫ RBC। ਸੋ ਇਹਦੇ ਕਾਰਨ ਕੀ ਹੁੰਦਾ ਹੈ? ਇਨਕਰੀਜ਼ ਤਾਂ ਨਹੀਂ ਕਰੇਗੀ। ਜਦੋਂ ਕੋਈ ਪ੍ਰਦੂਸ਼ਣ ਕਰਨ ਵਾਲੀ ਚੀਜ਼ ਹੈ ਧੂਆਂ ਦੇ ਰੂਪ ਵਿੱਚ ਜਦੋਂ ਵਹੀਕਲਸ ਦੇ ਵਿੱਚੋਂ ਨਿਕਲਦੀ ਆ ਉਹ ਕੋਈ ਇਨਕਰੀਜ਼ ਤਾਂ ਨਹੀਂ ਕਰੇਗੀ, ਰਿਡਿਊਸ ਹੀ ਕਰੇਗੀ। ਸੋ ਪਹਿਲਾ ਆਪਸ਼ਨ ਤੇ ਅਸੀਂ ਉੱਦਾਂ ਹੀ ਉਡਾ ਸਕਦੇ ਹਾਂ। ਸੋ ਰਿਡਿਊਸ ਨਾਈਟ੍ਰੋਜਨ ਕੈਰਿੰਗ RBC ਦੇ ਵਿੱਚ ਨਾਈਟ੍ਰੋਜਨ ਨਾਲ ਕੋਈ ਸੰਬੰਧ ਨਹੀਂ ਹੈ। ਸੋ ਆਕਸੀਜਨ ਕਪੈਸਿਟੀ ਹੈ ਜਿਹੜੀ RBC ਦੀ, ਰੈੱਡ ਬਲੱਡ ਸੈੱਲ ਦੀ, ਉਹਨਾਂ ਨੂੰ ਕੀ ਕਰ ਦਿੰਦੀ ਆ? ਰਿਡਿਊਸ ਕਰ ਦਿੰਦੀ, ਘਟਾ ਦਿੰਦੀ ਆ। ਸੋ ਆਪਸ਼ਨ C ਇਜ਼ ਕਰੈਕਟ ਵਿਚ ਇਜ਼ ਰਿਡਿਊਸਡ ਆਕਸੀਜਨ ਕੈਰਿੰਗ ਕਪੈਸਿਟੀ ਆਫ RBC। ਸੋ ਆਪਸ਼ਨ C ਇਜ਼ ਕਰੈਕਟ। ਨੈਕਸਟ ਕੁਐਸਚਨ ਇਜ਼ ਸਮੋਗ। ਸਮੋਗ ਕੀ ਹੁੰਦਾ ਆ? ਸਮੋਕ ਇਨ ਡੌਗ ਸਟੋਮਕ, ਸਮੋਕ ਪਲੱਸ ਫੋਗ, ਸਮੋਕ ਡੌਗ ਜਾਂ ਫਰੋਗ ਇਨ ਫੋਗ।
ਸੋ ਹੇਅਰ ਆਪਸ਼ਨ ਬੀ ਇਜ਼ ਕਰੈਕਟ। ਜਦੋਂ ਫੋਗ ਯਾਨੀ ਕਿ ਧੁੰਦ ਦੇ ਨਾਲ ਪ੍ਰਦੂਸ਼ਿਤ ਹਵਾ ਸਮੋਕ ਮਿਕਸ ਹੋ ਜਾਂਦੀ ਉਹਨੂੰ ਅਸੀਂ ਸਮੋਗ ਕਹਿੰਦੇ ਆ, ਜਿਹੜੀ ਕਿ ਬਹੁਤ ਜ਼ਿਆਦਾ ਵਿਚ ਇਜ਼ ਵੈਰੀ ਡੇਂਜਰਸ, ਜਿਹਦੇ ਨਾਲ ਇੰਨਾ ਕੁ ਸੰਘਣੀ ਧੁੰਦ ਪੈ ਜਾਂਦੀ ਆ ਵੀ ਸਾਨੂੰ ਅੱਗੇ ਕੁਝ ਦਿਖਦਾ ਨਹੀਂ ਆ ਲਾਈਟ ਦੇ ਨਾਲ ਵੀ, ਦਿਨ ਵਿੱਚ ਤੇ ਰਾਤ ਵਿੱਚ ਤੇ ਹੋਰ ਵੀ ਜ਼ਿਆਦਾ ਨਹੀਂ ਦਿਖਦਾ। ਸਮੋਗ ਬਣਦੀ ਆ ਸਮੋਕ ਪਲੱਸ ਫੋਗ। ਸੋ ਆਪਸ਼ਨ ਬੀ ਇਜ਼ ਕਰੈਕਟ ਹੇਅਰ।